ਪਿਆਰੇ ਵਿਦਿਆਰਥੀਓ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਂ ਸੁਖਜਿੰਦਰ ਸਿੰਘ। ਅੱਜ ਤੁਹਾਨੂੰ ਮੈਂ ਸਾਰਕ ਜਿਹੜਾ ਇੱਕ ਸੰਗਠਨ ਬਣਿਆ ਹੋਇਆ ਹੈਗਾ ਉਹਦੇ ਬਾਰੇ ਜਾਣਕਾਰੀ ਦੇਵਾਂਗਾ। ਸਾਰਕ, ਜਿਸ ਦੀ ਕਿ ਫੁੱਲ ਫਾਰਮ ਹੁੰਦੀ ਹੈ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ। ਜਾਂ ਕਹਿਣ ਦਾ ਮਤਲਬ ਇਹ ਜਿਹੜੇ ਸਾਡੇ ਦੱਖਣੀ ਏਸ਼ੀਆਈ ਦੇਸ਼ ਨੇ ਉਹਨਾਂ ਦਾ ਇੱਕ ਸੰਗਠਨ ਬਣਿਆ ਹੋਇਆ ਹੈਗਾ। ਇਹ ਸੰਗਠਨ ਇਸ ਲਈ ਬਣਿਆ ਸੀ ਕਿ ਕਿਸੇ ਵੀ ਵਿਪਤਾ ਦੇ ਸਮੇਂ ਜਾਂ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਜਿਹੜੇ ਦੇਸ਼ ਆਪਸ ਵਿੱਚ ਇੱਕ ਦੂਸਰੇ ਦੀ ਮਦਦ ਕਰ ਸਕਣ। ਜਿਸ ਤਰ੍ਹਾਂ ਕਿ ਤੁਸੀਂ ਨਕਸ਼ਾ ਦੇਖ ਰਹੇ ਹੋਗੇ, ਅੱਜ ਮੈਂ ਤੁਹਾਨੂੰ ਸਾਰਕ ਦੇਸ਼ ਵਿੱਚ ਜਿਹੜੇ ਸ਼ਾਮਲ ਕੰਟਰੀ ਨੇ ਉਹਨਾਂ ਦੇ ਬਾਰੇ ਦੱਸਾਂਗਾ। ਪਿਆਰੇ ਵਿਦਿਆਰਥੀਓ, ਸ਼ੁਰੂ ਦੇ ਵਿੱਚ ਸਾਰਕ ਦੇ ਵਿੱਚ 7 ਦੇਸ਼ ਸ਼ਾਮਲ ਸਨ, ਜਿਨ੍ਹਾਂ ਦੇ ਵਿੱਚ ਭਾਰਤ, ਪਾਕਿਸਤਾਨ, ਨੇਪਾਲ, ਭੂਟਾਨ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਮਾਲਦੀਵ ਇਹ 7 ਦੇਸ਼ ਸ਼ਾਮਲ ਸੀਗੇ। ਉਸ ਤੋਂ ਬਾਅਦ ਅਫਗਾਨਿਸਤਾਨ ਨੂੰ ਬਾਅਦ ਦੇ ਵਿੱਚ ਸ਼ਾਮਲ ਕੀਤਾ ਗਿਆ ਸੀਗਾ। ਤਾਂ ਕਹਿਣ ਦਾ ਮਤਲਬ ਜਿਹੜਾ ਸਾਰਕ ਦੇਸ਼ ਆ ਇਸ ਸਮੇਂ ਉਸ ਵਿੱਚ 8 ਦੇਸ਼ ਸ਼ਾਮਲ ਹਨ। ਤੇ ਇਹ ਜਿਹੜੇ ਸਾਰਕ ਦੇਸ਼ ਨੇ ਸਮੇਂ-ਸਮੇਂ 'ਤੇ ਇਹਨਾਂ ਦੇ ਜਿਹੜੇ ਸਾਰਕ ਸੰਮੇਲਨ ਵੀ ਹੁੰਦੇ ਹਨ। ਜੇਕਰ ਅਸੀਂ ਸੰਮੇਲਨਾਂ ਦੀ ਗੱਲ ਕਰੀਏ ਤਾਂ ਜਿਹੜਾ ਪਹਿਲਾ ਸੰਮੇਲਨ ਆ ਉਹ 7-8 ਦਸੰਬਰ 1985 ਨੂੰ ਬੰਗਲਾਦੇਸ਼ ਵਿੱਚ ਹੋਇਆ ਸੀਗਾ, ਪਹਿਲਾ ਸਾਰਕ ਸੰਮੇਲਨ। ਦੂਸਰਾ ਜਿਹੜਾ ਸਾਰਕ ਸੰਮੇਲਨ ਸੀ ਉਹ 1986 ਵਿੱਚ ਭਾਰਤ ਵਿੱਚ ਹੋਇਆ ਸੀ, ਦੂਸਰਾ ਸਾਰਕ ਸੰਮੇਲਨ। ਤੀਜਾ ਸਾਰਕ ਸੰਮੇਲਨ ਨੇਪਾਲ, ਕਾਠਮੰਡੂ ਵਿੱਚ ਹੋਇਆ ਸੀ। ਕਾਠਮੰਡੂ ਨੇਪਾਲ ਦੀ ਰਾਜਧਾਨੀ ਹੈਗੀ। ਚੌਥਾ ਸਾਰਕ ਸੰਮੇਲਨ 29 ਤੇ 31 ਦਸੰਬਰ 1988 ਨੂੰ ਪਾਕਿਸਤਾਨ ਇਸਲਾਮਾਬਾਦ ਵਿੱਚ ਹੋਇਆ ਸੀ। ਇਸਲਾਮਾਬਾਦ ਪਾਕਿਸਤਾਨ ਦੀ ਰਾਜਧਾਨੀ ਆ। ਪੰਜਵਾਂ ਸਾਰਕ ਸੰਮੇਲਨ ਮਾਲਦੀਵ ਦੇ ਵਿੱਚ 21 ਤੋਂ 23 ਨਵੰਬਰ 1990 ਨੂੰ ਹੋਇਆ ਸੀ। ਛੇਵਾਂ ਸਾਰਕ ਸੰਮੇਲਨ ਸ਼੍ਰੀਲੰਕਾ ਵਿੱਚ 21 ਦਸੰਬਰ 1991 ਨੂੰ ਹੋਇਆ ਸੀ। ਸੱਤਵਾਂ ਸਾਰਕ ਸੰਮੇਲਨ ਬੰਗਲਾਦੇਸ਼ ਵਿੱਚ ਹੋਇਆ ਸੀ। ਉਸ ਤੋਂ ਬਾਅਦ ਇਹ ਜਿਹੜਾ 1993 ਨੂੰ ਹੋਇਆ ਸੀਗਾ। ਅੱਠਵਾਂ ਸਿਖਰ ਸੰਮੇਲਨ ਭਾਰਤ ਦੇ ਵਿੱਚ 2 ਤੋਂ 4 ਮਈ 1995 ਨੂੰ ਹੋਇਆ ਸੀ। ਨੌਵਾਂ ਸਾਰਕ ਸੰਮੇਲਨ 12 ਤੋਂ 14 ਮਈ 1997 ਨੂੰ ਮਾਲਦੀਵ ਵਿੱਚ ਹੋਇਆ ਸੀ। 10ਵਾਂ ਸਾਰਕ ਸੰਮੇਲਨ ਫਿਰ ਤੋਂ 29 ਤੋਂ 31 ਜੁਲਾਈ 1998 ਨੂੰ ਸ਼੍ਰੀਲੰਕਾ ਵਿੱਚ ਹੋਇਆ ਸੀ। ਇਸ ਤਰ੍ਹਾਂ ਇਹ ਪਹਿਲੇ ਸਾਰਕ ਸੰਮੇਲਨ ਪਿਆਰੇ ਵਿਦਿਆਰਥੀਓ ਮੈਂ ਤੁਹਾਨੂੰ ਦੱਸੇ ਨੇ। ਉਸ ਤੋਂ ਬਾਅਦ ਇਹ ਸਾਰਕ ਸੰਮੇਲਨ ਲਗਾਤਾਰ ਚੱਲੇ ਨੇ ਤੇ ਇਸ ਜਿਹੜੇ ਸੰਮੇਲਨ ਆ ਇਹਨਾਂ ਦੇ ਵਿੱਚ ਆਪਸੀ ਭਾਈਚਾਰਕ ਮਿਲਵਰਤਨ ਤੇ ਸਮੱਸਿਆਵਾਂ ਨੇ ਜਿਹੜੀਆਂ ਕਿ ਸਾਡੇ ਦੱਖਣੀ ਏਸ਼ੀਆਈ ਦੇਸ਼ ਜਿਹੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਦੇ ਨੇ ਉਹਨਾਂ ਨੂੰ ਨਜਿੱਠਣ ਲਈ ਇਹਨਾਂ ਸੰਮੇਲਨਾਂ ਦੇ ਵਿੱਚ ਆਪਸੀ ਵਿਚਾਰਾਂ ਕੀਤੀਆਂ ਜਾਂਦੀਆਂ ਨੇ। ਇਹ ਜਿਹੜੇ ਸੰਮੇਲਨ ਨੇ ਲਗਾਤਾਰ ਹੋ ਰਹੇ ਨੇ। ਹਾਲਾਂਕਿ ਦੱਖਣੀ ਏਸ਼ੀਆਈ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਜਿਹੜੀ ਆਪਸੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ, ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਕਿ ਸਾਡੇ ਭਾਰਤ ਅਤੇ ਪਾਕਿਸਤਾਨ ਦੱਖਣੀ ਏਸ਼ੀਆਈ ਜਿਹੜੇ ਖਿੱਤਾ ਗਾ ਉਹ ਆਪਸੀ ਜਿਹੜੇ ਸੰਬੰਧ ਨੇ ਕੋਈ ਜ਼ਿਆਦਾ ਇੱਕ ਦੂਸਰੇ ਦੇ ਅਸੀਂ ਕਹਿ ਸਕੀਏ ਵੀ ਸਾਰਥਕ ਜਾਂ ਸਹਿਯੋਗੀ ਸੰਬੰਧ ਨਹੀਂ ਹਨ, ਜਿਸ ਕਰਕੇ ਇਹ ਪ੍ਰਭਾਵ ਆ ਜਿਹੜਾ ਸਾਰਕ ਸੰਗਠਨ ਆ ਉਹਦੇ ਉੱਤੇ ਵੀ
ਪੈਂਦਾ ਹੈ। ਉਹਦੇ ਉੱਤੇ ਪੈਣ ਦਾ ਕਾਰਨ ਇਹੀ ਹੈ ਵੀ ਜਿਸ ਕਰਕੇ ਜਿਹੜੇ ਟਾਰਗੇਟ ਜਾਂ ਜਿਸ ਬਾਰੇ ਸੋਚਿਆ ਹੋਇਆ ਕਿ ਜਿਹੜੀਆਂ ਪ੍ਰਾਪਤੀਆਂ ਕਰਨੀਆਂ ਨੇ ਸਾਰਕ ਨੇ, ਉਹ ਪ੍ਰਾਪਤੀਆਂ ਜਿਹੜੀਆਂ ਨਹੀਂ ਹੁੰਦੀਆਂ ਹੈਗੀਆਂ। ਜਿਹੜੀਆਂ ਪ੍ਰਾਪਤੀਆਂ ਸਾਰਕ ਸੰਗਠਨ ਕਰ ਸਕਦਾ ਸੀ, ਉਹ ਪ੍ਰਾਪਤੀਆਂ ਨਹੀਂ ਹੋਈਆਂ ਹੈਗੀਆਂ। ਪਿਆਰੇ ਵਿਦਿਆਰਥੀਓ, ਇੱਥੇ ਇੱਕ ਗੱਲ ਤੁਸੀਂ ਯਾਦ ਰੱਖਣੀ ਆ ਵੀ ਜਿਹੜੀ ਸਾਰਕ ਦੀ ਸਥਾਪਨਾ ਗੀ, ਇਹ ਤੁਸੀਂ ਨੋਟ ਕਰ ਲਓ ਡੇਟ, ਇਹ ਕਾਫੀ ਮਹੱਤਵਪੂਰਨ ਆ। ਸਾਰਕ ਦੀ ਜਿਹੜੀ ਸਥਾਪਨਾ ਗੀ ਉਹ 8 ਦਸੰਬਰ 1985 ਨੂੰ ਢਾਕਾ, ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿੱਚ ਸਾਰਕ ਚਾਰਟਰ ਦੇ ਦਸਤਖਤਾਂ ਨਾਲ ਹੋਈ ਸੀ। ਇਹ ਤੁਸੀਂ ਯਾਦ ਰੱਖਣਾ, ਕਦੋਂ ਹੋਈ ਸੀ? 8 ਦਸੰਬਰ 1985 ਨੂੰ ਬੰਗਲਾਦੇਸ਼ ਦੇ ਵਿੱਚ ਸਾਰਕ ਚਾਰਟਰ ਦੇ ਦਸਤਖਤ ਨਾਲ ਹੋਈ ਸੀ। ਜਾਣੀ ਕਿ ਦੱਖਣੀ ਏਸ਼ੀਆ ਵਿੱਚ ਖੇਤਰੀ ਸਹਿਯੋਗ ਦੇ ਵਿਚਾਰ ਨੂੰ ਸਭ ਤੋਂ ਪਹਿਲਾਂ ਨਵੰਬਰ 1980 ਵਿੱਚ ਉਠਾਇਆ ਗਿਆ ਸੀ ਵੀ ਆਪਸੀ ਸਹਿਯੋਗ ਹੋਣਾ ਚਾਹੀਦਾ ਹੈਗਾ। ਇਸ ਵਿਚਾਰ ਵਟਾਂਦਰੇ ਲਈ 7 ਜਿਹੜੇ ਮੁੱਖ ਦੇਸ਼ ਸੀ ਉਹ ਆਪਸ ਵਿੱਚ ਕੋਲੰਬੋ ਵਿੱਚ ਮਿਲੇ ਸੀ ਸਭ ਤੋਂ ਪਹਿਲਾਂ 1981 'ਚ। ਜਾਣੀ ਕਿ ਇਸ ਪ੍ਰੋਸੈਸ ਨੂੰ 4-5 ਸਾਲ ਲੱਗ ਗਏ ਸੀ। ਪਹਿਲਾਂ ਮੀਟਿੰਗਾਂ ਹੋਈਆਂ ਆਪਸ ਵਿੱਚ, ਵਾਰਤਾਲਾਪ ਹੋਈ, ਫਿਰ ਕਿਤੇ ਜਾ ਕੇ ਜਾਣੀ ਕਿ ਇਹ ਅਸੀਂ ਕਹਿ ਸਕਦੇ ਹਾਂ 1985 ਨੂੰ ਇਹ ਜਿਹੜੀ ਸੰਸਥਾ ਗੀ ਹੋਂਦ ਵਿੱਚ ਆਈ ਸੀ। ਮੈਂ ਤੁਹਾਨੂੰ ਦੱਸਿਆ ਸੀ ਵੀ ਸ਼ੁਰੂ ਦੇ ਵਿੱਚ ਇਹਦੇ ਵਿੱਚ ਸਿਰਫ 7 ਦੇਸ਼ ਸ਼ਾਮਲ ਸੀਗੇ। ਅਫਗਾਨਿਸਤਾਨ ਆ ਜਿਹੜਾ, ਉਹ 13ਵੇਂ ਜਦੋਂ ਸਾਰਕ ਸੰਮੇਲਨ ਚੱਲ ਰਿਹਾ ਸੀਗਾ 2005 ਦੇ ਵਿੱਚ, ਤਾਂ ਅਫਗਾਨਿਸਤਾਨ ਇਸ ਸਾਰਕ ਦਾ ਜਿਹੜਾ ਸਾਰਕ ਸੰਗਠਨ ਆ ਉਹਦੇ ਵਿੱਚ ਇਹ ਸ਼ਾਮਲ ਹੋਇਆ ਸੀ। ਜਾਣੀ ਕਿ 8 ਦੇਸ਼ ਸਾਰਕ ਦੇ ਵਿੱਚ ਬਣ ਗਏ ਸੀਗੇ ਅਫਗਾਨਿਸਤਾਨ ਦੇ ਸ਼ਾਮਲ ਹੋਣ ਨਾਲ। ਸਾਰਕ ਦਾ ਜਿਹੜਾ ਮੁੱਖ ਦਫ਼ਤਰ ਤੇ ਸਕੱਤਰੇਤ ਆ ਉਹ ਕਾਠਮੰਡੂ ਨੇਪਾਲ ਵਿਖੇ ਹੈ। ਕਾਠਮੰਡੂ ਆ ਜਿਹੜੀ ਉਹ ਨੇਪਾਲ ਦੀ ਰਾਜਧਾਨੀ ਹੈਗੀ। ਤਾਂ ਸਾਰਕ ਦੇ ਵਿੱਚ ਜਿਹੜਾ ਸਹਿਯੋਗ ਆ ਉਹ ਮੈਂ ਹੁਣ ਤੁਹਾਨੂੰ ਦੱਸਾਂ ਵੀ ਆਪਸੀ ਜਿਹੜਾ ਕੋਈ ਸੱਭਿਆਚਾਰਕ ਸਹਿਯੋਗ, ਠੀਕ ਹੈ, ਕੋਈ ਆਪਾਂ ਕਹਿ ਸਕਦੇ ਹਾਂ ਕੁਦਰਤੀ ਆਫਤ ਆ ਜਾਂਦੀ ਹੈ ਤਾਂ ਉਸ ਸਮੇਂ ਦੇ ਵਿੱਚ ਇਹ ਜਿਹੜੇ ਦੇਸ਼ ਨੇ ਇੱਕ ਦੂਸਰੇ ਦੀ ਹੈਲਪ ਕਰਦੇ ਨੇ। ਇਹੀ ਜਿਹੜਾ ਸਾਰਕ ਦਾ ਇੱਕ ਅਸੀਂ ਕਹਿ ਸਕਦੇ ਹਾਂ ਵੀ ਮੁੱਖ ਕੰਮ ਹੈ ਜਾਂ ਜਿਸ ਨਾਲ ਆਪਸੀ ਭਾਈਚਾਰਾ ਬਣਿਆ ਰਹਿੰਦਾ ਹੈ। ਇਸ ਤੋਂ ਇਲਾਵਾ ਸਾਰਕ ਦੇ ਵਿੱਚ ਇਸ ਵੇਲੇ 9 ਅਬਜ਼ਰਵਰ ਮੈਂਬਰ ਦੇ ਵਿੱਚ ਆਸਟ੍ਰੇਲੀਆ, ਚੀਨ, ਯੂਰਪੀਅਨ ਯੂਨੀਅਨ, ਈਰਾਨ, ਜਾਪਾਨ, ਕੋਰੀਆ, ਮਾਰੀਸ਼ਸ, ਮਿਆਂਮਾਰ ਅਤੇ ਸੰਯੁਕਤ ਰਾਜ ਅਮਰੀਕਾ। ਇਹ ਜਿਹੜੇ ਕੰਟਰੀ ਨੇ, ਜਿਹੜਾ ਜਾਂ ਮੈਂ ਖਿੱਤੇ ਦੱਸੇ ਨੇ, ਇਹ ਅਬਜ਼ਰਵਰ ਨੇਗੇ। ਸਾਰਕ ਦੇ ਜਿਹੜੇ ਸਹਿਯੋਗ ਦੇ ਖੇਤਰ ਨੇ ਉਹਨਾਂ ਦੇ ਵਿੱਚ ਮਨੁੱਖੀ ਸਰੋਤ ਵਿਕਾਸ ਅਤੇ ਸੈਰ ਸਪਾਟਾ, ਖੇਤੀਬਾੜੀ ਸੰਬੰਧਿਤ, ਵਾਤਾਵਰਨ, ਕੁਦਰਤੀ ਆਫਤਾਂ, ਬਾਇਓਟੈਕਨੋਲੋਜੀ ਸੰਬੰਧਿਤ, ਆਰਥਿਕ ਵਪਾਰ ਅਤੇ ਵਿੱਤ ਸੰਬੰਧਿਤ, ਸਮਾਜਿਕ ਮਾਮਲੇ, ਜਾਣਕਾਰੀ ਅਤੇ ਗਰੀਬੀ ਹਟਾਓ, ਐਨਰਜੀ, ਆਵਾਜਾਈ, ਵਿਗਿਆਨ ਤਕਨੋਲੋਜੀ, ਸਿੱਖਿਆ ਅਤੇ ਸੁਰੱਖਿਆ ਦਾ ਖੇਤਰ, ਸੱਭਿਆਚਾਰ ਆਦਿ। ਤਾਂ ਪਿਆਰੇ ਵਿਦਿਆਰਥੀਓ, ਅਸੀਂ ਕਹਿ ਸਕਦੇ ਹਾਂ ਵੀ ਇਹ ਦੱਖਣੀ ਏਸ਼ੀਆਈ ਖਿੱਤੇ ਦਾ ਇੱਕ ਮਹੱਤਵਪੂਰਨ ਸੰਸਥਾ ਗੀ। ਅਤੇ ਉਮੀਦ ਕਰਦਾ ਵੀ ਤੁਹਾਨੂੰ ਜਿਹੜੀ ਵੀ ਮੈਂ ਜਾਣਕਾਰੀ ਸਾਰਕ ਨਾਲ ਸੰਬੰਧਿਤ ਦਿੱਤੀ ਆ ਉਹਦਾ ਤੁਹਾਨੂੰ ਫਾਇਦਾ ਹੋਵੇਗਾ ਅਤੇ ਤੁਸੀਂ ਲਾਭ ਉਠਾਓਗੇ। ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।